ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰ। ਸੋ ਕੋਹ ਟਲ ਗੁਰ ਸੇਵੀਐ ਅਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਇ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ। ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕੱਟੀਐ। ਮੈਂ ਨਾਹੀ ਕਛ ਹੋ ਨਹੀਂ ਕਛ ਆਹੇ ਨਾ ਮੂਰਾ। ਅਵਸਰ ਲੱਜਾ ਰਾਖ ਲਿਓ ਸਦਨਾ ਜਨ ਤੋਰਾ। ਅੰਦਰ ਸੱਚਾ ਨੇਹੋ ਲਾਇਆ ਪ੍ਰੀਤਮ ਆਪਣੈ। ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾਂ ਸਾਹਮਣੇ। ਮੈਂ ਤਾਨ ਦੀਵਾਨ ਤੂੰ ਹੈ ਮੇਰੇ ਸੁਆਮੀ। ਮੈਂ ਤੁਧ ਆਗੇ ਅਰਦਾਸ। ਮੈਂ ਹੋਰ ਥਾਉ ਨਾਹੀ ਜਿਸ ਪੈ ਕਰੋ ਬੇਨੰਤੀ। ਮੇਰਾ ਦੁਖ ਸੁਖ ਤੁਝ ਹੀ ਪਾਸ। ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਬਿਰਾਜਮਾਨ ਬੈਠ ਕੇ ਸਤਿਗੁਰਾਂ ਦੀ ਇਲਾਹੀ ਗੁਰਬਾਣੀ ਨੂੰ ਸਰਵਣ ਕਰਦੇ ਹੋ। ਬੜੇ ਹੀ ਵੱਡੇ ਭਾਗਾਂ ਵਾਲੇ ਹੋ। ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਨੇ। ਅੰਮ੍ਰਿਤ ਵੇਲੇ ਦੀਆਂ ਬਾਣੀਆਂ ਪੜ੍ਹੀਆਂ ਗਈਆਂ ਨੇ। ਨਿਤਾ ਪ੍ਰਤੀ ਦੀ ਤਰ੍ਹਾਂ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਪਾਵਨ ਬਾਣੀ ਦੇ ਰਾਹੀਂ ਉਪਦੇਸ਼ ਦੇ ਕੇ ਨਿਵਾਜਦੇ ਨੇ। ਗੁਰਬਾਣੀ ਦੇ ਰਾਹੀਂ ਸਾਨੂੰ ਜੀਵਨ ਦੀ ਜਾਂਚ ਸਿਖਾਉਂਦੇ ਨੇ ਕਿ ਕਿਵੇਂ ਅਸੀਂ ਸੰਸਾਰ ਦੇ ਅੰਦਰ ਆਪਣੇ ਜੀਵਨ ਨੂੰ ਸਫਲ ਬਣਾਉਣਾ ਹੈ, ਕਿਹੜੇ ਕਰਮ ਕਰਨੇ ਨੇ, ਜਿਸ ਕਰਮਾਂ ਦੇ ਕਰਕੇ ਸਾਨੂੰ ਪਰਮਾਤਮਾ ਦੀ ਪ੍ਰਾਪਤੀ ਹੋ ਜਾਵੇ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਨੂੰ ਕਮਾ ਕੇ ਜਿਹੜਾ ਜੀਵ ਹੈ
ਉਹ ਪਰਮਾਤਮਾ ਜੀ ਤੱਕ ਪਹੁੰਚ ਜਾਂਦਾ ਹੈ ਸਾਧ ਸੰਗਤ। ਇਸੇ ਕਰਕੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਨਾਮ ਦੇ ਨਾਲ, ਬਾਣੀ ਦੇ ਨਾਲ, ਸਿਮਰਨ ਦੇ ਨਾਲ ਜੋੜਦੇ ਨੇ। ਅੱਜ ਦਾ ਜੋ ਪਾਵਨ ਸ਼ਬਦ ਹੈ, ਜਿਸ ਦੀ ਵਿਚਾਰ ਨੂੰ ਆਪਾਂ ਸਾਰਿਆਂ ਨੇ ਰਲ ਮਿਲ ਕਰਕੇ ਸਰਵਣ ਕਰਨਾ ਹੈ। ਆਪਣੀਆਂ ਮਨ ਦੀਆਂ ਬਿਰਤੀਆਂ ਨੂੰ ਕਰੋ ਜੀ ਇਕਾਗਰ, ਰਸਨਾ ਕਰੋ ਪਵਿੱਤਰ। ਆਖੋ ਸਤਨਾਮ ਵਾਹਿਗੁਰੂ। ਰਾਗ ਸੋਰਠ ਬਾਣੀ ਭਗਤ ਰਵਿਦਾਸ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। जब हम होते तब तू नहीं, अब तू ही मैं नहीं। राग सोरठ ਬਾਣੀ ਭਗਤ ਰਵਿਦਾਸ ਜੀ ਕੀ ਸੋਰਠ ਰਾਗਨੀ ਦੇ ਅੰਦਰ ਸ਼੍ਰੋਮਣੀ ਭਗਤ ਰਵਿਦਾਸ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਅੱਜ ਦਾ ਜੋ ਪਾਵਨ ਸ਼ਬਦ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਇੱਕ ਨੇ। ਸਰਵ ਪ੍ਰਕਾਸ਼ਮਾਨ ਨੇ, ਸਰਵ ਵਿਆਪਕ ਨੇ। ਐਸੇ ਗੁਰੂ ਦੀ ਕਿਰਪਾ ਦੇ ਨਾਲ ਹੀ ਪਰਮਾਤਮਾ ਜੀ ਮਿਲਦੇ ਨੇ। ਭਗਤ ਰਵਿਦਾਸ ਜੀ ਸ਼ਬਦ ਨੂੰ ਉਚਾਰਨ ਕਰਦੇ ਨੇ, ਜਬ ਹਮ ਹੋਤੇ ਤਬ ਤੂੰ ਨਹੀਂ। ਸਾਧ ਸੰਗਤ ਜੀ, ਇੱਕ ਵਾਰੀ ਪਰਮਾਤਮਾ ਜੀ ਨੇ ਭਗਤ ਰਵਿਦਾਸ ਜੀ ਦੀ ਪ੍ਰੇਮਾ ਭਗਤੀ ਦੀ ਖਿੱਚ ਦੇ ਵਿੱਚ, ਖਿੱਚੇ ਹੋਏ ਸਰਗੁਣ ਸਰੂਪ ਦੇ ਵਿੱਚ ਭਗਤ ਰਵਿਦਾਸ ਜੀ ਦੇ ਸਾਹਮਣੇ ਆ ਕੇ ਪ੍ਰਗਟ ਹੋ ਗਏ। ਕਿਉਂਕਿ ਜਦੋਂ ਆਪਾਂ ਉਸ ਮਾਲਕ ਦੇ ਨਾਲ ਪ੍ਰੇਮ ਕਰਦੇ ਹਾਂ ਨਾ, ਪਰਮਾਤਮਾ ਜੀ ਨੂੰ ਯਾਦ ਕਰਦੇ ਹਾਂ, ਤੇ ਸਾਧ ਸੰਗਤ ਜੀ ਪਰਮਾਤਮਾ ਉੱਥੇ ਪਹੁੰਚ ਜਾਂਦੇ ਨੇ। ਜਿਵੇਂ ਮੱਖਣ ਸ਼ਾਹ ਲੁਬਾਣਾ ਜਦੋਂ ਉਹਦਾ ਬੇੜਾ ਡੁੱਬ ਰਿਹਾ ਸੀ ਸਾਧ ਸੰਗਤ ਜੀ, ਤੇ ਮਨ ਨੂੰ ਇਕਾਗਰ ਕਰਕੇ ਗੁਰਚਰਨਾਂ ਦੇ ਵਿੱਚ ਜੁੜ ਕੇ ਤੇ ਗੁਰੂ ਨਾਨਕ ਦੇ ਚਰਨਾਂ ਦੇ ਵਿੱਚ ਅਰਦਾਸ ਕੀਤੀ, ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਮੱਖਣ ਸ਼ਾਹ ਲੁਬਾਣੇ ਦੇ ਬੇੜੇ ਨੂੰ ਪਾਰ ਕਰਨ ਦੇ ਲਈ ਉੱਥੇ ਪਹੁੰਚ ਗਏ ਸੀ। ਸਾਧ ਸੰਗਤ ਜੀ, ਮੱਖਣ ਸ਼ਾਹ ਲੁਬਾਣੇ ਦਾ ਬੇੜਾ ਬੰਨੇ ਲਾ ਦਿੱਤਾ। ਜਦੋਂ ਆਪਾਂ ਪਰਮਾਤਮਾ ਜੀ ਦੇ ਨਾਮ ਨੂੰ ਸਿਮਰਦੇ ਹਾਂ, ਯਾਦ ਕਰਦੇ ਹਾਂ ਮਨ ਕਰਕੇ, ਤੇ ਫਿਰ ਪਰਮਾਤਮਾ ਆਪਣੇ ਭਗਤਾਂ ਨੂੰ ਦਰਸ਼ਨ ਦੇਣ ਦੇ ਲਈ ਸਾਧ ਸੰਗਤ ਜੀ ਪਹੁੰਚ ਜਾਂਦੇ ਨੇ। ਜਿਵੇਂ ਭਗਤ ਧੰਨਾ ਜੀ ਦੀ ਪ੍ਰੇਮਾ ਭਗਤੀ ਨੂੰ ਦੇਖ ਕੇ ਤੇ ਪਰਮਾਤਮਾ ਨੂੰ ਫਿਰ ਸਾਧ ਸੰਗਤ ਜੀ ਆਉਣਾ ਹੀ ਪਿਆ। ਭਗਤ ਧੰਨਾ ਜੀ ਨੂੰ ਦਰਸ਼ਨ ਦਿੱਤੇ, ਭਗਤ ਧੰਨਾ ਜੀ ਦੇ ਕਾਰਜ ਵੀ ਸਵਾਰੇ ਸਾਧ ਸੰਗਤ ਜੀ, ਨੱਕੇ ਵੀ ਮੋੜੇ, ਹਲ ਵੀ ਬਾਹਿਆ, ਪਾਣੀ ਵੀ ਦਿੱਤਾ। ਇਸੇ ਕਰਕੇ ਭਗਤ ਧੰਨਾ ਜੀ ਫਰਮਾਨ ਕਰਦੇ ਨੇ, ਗੋਪਾਲ ਤੇਰਾ ਆਰਤਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਪਰਮਾਤਮਾ ਜਿਹੜੇ ਤੇਰੀ ਭਗਤੀ ਕਰਦੇ ਨੇ, ਜਿਹੜੇ ਤੇਰੇ ਨਾਮ ਨੂੰ ਜਪਦੇ ਨੇ, ਤੂੰ ਉਹਨਾਂ ਦੇ ਕਾਰਜ ਆਪ ਸਵਾਰਦਾ ਹੈ। ਸਾਧ ਸੰਗਤ ਜੀ, ਤੇ ਭਗਤ ਰਵਿਦਾਸ ਜੀ ਨੇ ਵੀ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਭਗਤੀ ਕੀਤੀ, ਤੇ ਪਰਮਾਤਮਾ ਭਗਤੀ ਦੀ ਖਿੱਚ ਦੇ ਵਿੱਚ ਸਾਧ ਸੰਗਤ ਜੀ ਖਿੱਚੇ ਹੋਏ ਪਹੁੰਚ ਗਏ, ਪ੍ਰਗਟ ਹੋ ਗਏ। ਜਦੋਂ ਭਗਤ ਰਵਿਦਾਸ ਜੀ ਨੇ ਚਰਨਾਂ ਤੇ ਨਮਸਕਾਰ ਕਰਨ ਲਈ ਉੱਠੇ ਨਾ ਸਾਧ ਸੰਗਤ ਜੀ, ਕਿਉਂਕਿ ਪਤਾ ਲੱਗ ਗਿਆ ਕਿ ਪਰਮਾਤਮਾ ਆਪ ਆਏ, ਤੇ ਨਮਸਕਾਰ ਕਰਨ ਦੇ ਲਈ ਉੱਠੇ, ਤੇ ਪਰਮੇਸ਼ਰ ਨੇ, ਪਰਮਾਤਮਾ ਨੇ ਭਗਤ ਨੂੰ ਪਰਖਣ ਦੇ ਵਾਸਤੇ
ਉਹਦੇ ਅੰਦਰ ਜੀਵ ਪੁਣੇ ਦਾ ਅਭਿਆਸ ਤਾਂ ਨਹੀਂ ਹੈ, ਭਾਵ ਕਿ ਕਿਤੇ ਹੰਕਾਰ ਤਾਂ ਨਹੀਂ ਹੈ, ਜਾਂ ਕੋਈ ਜਾਤੀ ਵਿਤਕਰਾ ਤਾਂ ਨਹੀਂ ਹੈ। ਉਸ ਨੂੰ ਮੇਟਣ ਦੇ ਵਾਸਤੇ ਸਾਧ ਸੰਗਤ ਜੀ ਆਖਣ ਲੱਗੇ, ਰਵਿਦਾਸ ਜੀ ਤੁਸੀਂ ਸਾਨੂੰ ਭੇਟ ਦੇਵੋਗੇ, ਤੁਸੀਂ ਸਾਡੇ ਚਰਨਾਂ ਨੂੰ ਹੱਥ ਨਾ ਲਾਇਓ। ਤੇ ਇਹ ਸੁਣ ਕੇ ਭਗਤ ਰਵਿਦਾਸ ਜੀ ਪਰਮੇਸ਼ਰ ਜੀ ਅੱਗੇ ਆਖਣ ਲੱਗੇ ਕਿ ਪ੍ਰਮਾਤਮਾ ਅਜੇ ਵੀ ਤੇਰੇ ਤੇ ਮੇਰੇ ਵਿੱਚ ਇਹ ਜਿਹੜੋ ਜਾਤਵਾਦ ਹੈ ਇਹ ਹੈ, ਹਲੇ ਵੀ ਤੇਰੇ ਤੇ ਮੇਰੇ ਵਿੱਚ ਚਮਿਆਰਪੁਣਾ ਰਹਿ ਗਿਆ, ਕਿਉਂਕਿ ਮੈਂ ਤਾਂ ਤੇਰੇ ਨਾਮ ਨੂੰ ਜਪੇ, ਤੇ ਜਿਹੜਾ ਤੇਰੇ ਨਾਮ ਨੂੰ ਜਪਦਾ ਏ ਉਹ ਤਾਂ ਤੇਰੇ ਵਰਗਾ ਹੀ ਹੋ ਜਾਂਦਾ ਹੈ। ਹੁਣ ਤਾਂ ਸਾਡੀ ਏਕਤਾ ਹੋ ਚੁੱਕੀ ਹੈ, ਭਾਵ ਕਿ ਇੱਕ ਬਰਾਬਰ ਹੋ ਚੁੱਕੇ ਹਾਂ। ਤੇਰੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਵੱਖਰਾਪਨ ਥੋੜ੍ਹਾ ਹੈ। ਸਾਧ ਸੰਗਤ ਜੀ ਇਹੀ ਬਚਨ ਭਾਈ ਮਰਦਾਨਾ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਖੇ ਕਿ ਸਤਿਗੁਰੂ ਸੱਚੇ ਪਾਤਸ਼ਾਹ ਨਾਨਕ ਜੀ, ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ, ਕੋਈ ਬਹੁਤਾ ਫਰਕ ਨਹੀਂ ਹੈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਖਣ ਲੱਗੇ, ਭਾਈ ਮਰਦਾਨਾ ਜੀ ਉਹ ਕਿਵੇਂ? ਤੇ ਭਾਈ ਮਰਦਾਨਾ ਜੀ ਆਖਣ ਲੱਗੇ, ਪਾਤਸ਼ਾਹ ਜੀ ਮੈਂ ਤੁਹਾਨੂੰ ਖੁਸ਼ ਕਰਨ ਦੇ ਲਈ ਰਬਾਬ ਵਜਾਉਣਾ, ਤੇ ਤੁਸੀਂ ਉਸ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜੀ ਨੂੰ ਖੁਸ਼ ਕਰਨ ਦੇ ਲਈ ਗਾਉਂਦੇ ਹੋ। ਸੋ ਭਾਵ ਜਿਹੜਾ ਪਰਮਾਤਮਾ ਦੇ ਨਾਮ ਨੂੰ ਜਪਦਾ ਹੈ ਨਾ, ਉਹਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ ਸਾਧ ਸੰਗਤ ਜੀ। ਤੇ ਉਸ ਵੇਲੇ ਫਿਰ ਭਗਤ ਰਵਿਦਾਸ ਜੀ ਨੇ ਇਹ ਸ਼ਬਦ ਨੂੰ ਉਚਾਰਨ ਕੀਤਾ, ਜਬ ਹਮ ਹੋਤੇ ਤਬ ਤੂੰ ਨਹੀਂ। ਕਿ ਇਹ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਜਦੋਂ ਸਾਡੇ ਅੰਦਰ ਹੰਗਤਾ ਮਮਤਾ ਹੁੰਦੀ ਹੈ, ਭਾਵ ਕਿ ਮੈਂ ਮੇਰੀ ਹੁੰਦੀ ਹੈ, ਜਿੰਨਾ ਚਿਰ ਅੰਦਰ ਮੇਰੀ ਹੈ ਸਾਧ ਸੰਗਤ ਜੀ ਕਿ ਇਹ ਵੀ ਮੇਰਾ ਏ, ਇਹ ਵੀ ਮੇਰਾ ਏ, ਮੇਰ ਤੇਰ ਦੇ ਵਿੱਚ ਜੀਵ ਫਸਿਆ ਹੈ ਨਾ ਜਦੋਂ ਤੱਕ, ਉਹਨਾਂ ਚਿਰ ਪਰਮਾਤਮਾ ਜੀ ਤੂੰ ਨਹੀਂ ਸੀ ਵਸਿਆ ਮੇਰੇ ਮਨ ਦੇ ਵਿੱਚ। ਕਿਉਂਕਿ ਜਿੰਨਾ ਚਿਰ ਸਾਧ ਸੰਗਤ ਜੀ ਸਾਡੇ ਅੰਦਰ ਹਉਮੈ ਹੋਵੇ ਨਾ, ਉਹਨਾਂ ਚਿਰ ਪਰਮਾਤਮਾ ਨਹੀਂ ਵਸਦੇ। ਹਉਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਈ। ਦੋਨੋਂ ਇੱਕ ਜਗ੍ਹਾ ਤੇ ਨਹੀਂ ਸਾਧ ਸੰਗਤ ਜੀ ਰਹਿੰਦੇ। ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ ਹੋ ਸਕਦਾ, ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਹੋ ਸਕਦੀ। ਸਾਧ ਸੰਗਤ ਕਿ ਪਰਮਾਤਮਾ ਜਬ ਹਮ ਹੋਤੇ, ਜਦੋਂ ਸਾਡੇ ਮਨ ਦੇ ਵਿੱਚ ਹੰਕਾਰ ਹੁੰਦਾ ਹੈ ਨਾ, ਉਦੋਂ ਤੂੰ ਨਹੀਂ ਸਾਡੇ ਮਨ ਦੇ ਵਿੱਚ ਵਸਿਆ ਹੁੰਦਾ। ਅਬ ਤੂੰ ਹੀ ਮੈਂ ਨਹੀਂ, ਹੁਣ ਮੇਰੇ ਮਨ ਦੇ ਵਿੱਚ ਤੂੰ ਵਸ ਗਿਆ ਹੈ ਤੇ ਮੇਰੇ ਵਿੱਚ ਮੈਂ ਵਾਲੀ ਕੋਈ ਗੱਲ ਨਹੀਂ ਰਹਿ ਗਈ। ਹੁਣ ਮੇਰੇ ਵਿੱਚ ਤੇ ਤੇਰੇ ਵਿੱਚ ਕੋਈ ਭੇਦ ਨਹੀਂ ਹੈ, ਭਾਵ ਕਿ ਹੁਣ ਮੇਰੇ ਮਨ ਦੇ ਵਿੱਚੋਂ ਹੰਕਾਰ ਦੂਰ ਹੋ ਗਿਆ ਤੇ ਹੁਣ ਤੂੰ ਮੇਰੇ ਮਨ ਦੇ ਵਿੱਚ ਵਸ ਗਿਆ। ਤੇ ਜਿਹਦੇ ਮਨ ਦੇ ਵਿੱਚ ਪਰਮਾਤਮਾ ਜੀ ਵਸ ਜਾਂਦੇ ਨੇ, ਉਹਦੇ ਵਿੱਚ ਤੇ ਪਰਮਾਤਮਾ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਤੇ ਭਗਤ ਰਵਿਦਾਸ ਜੀ ਫਿਰ ਪ੍ਰਮਾਣ ਦੇ ਕੇ ਨਾ ਪਰਮਾਤਮਾ ਨੂੰ ਸਮਝਾਉਂਦੇ ਨੇ ਕਿ ਪਰਮਾਤਮਾ ਤੇਰੇ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ ਹੁਣ, ਕਿਉਂਕਿ ਮੈਂ ਤੇਰੇ ਨਾਮ ਨੂੰ ਜਪ ਕੇ ਤੇਰੇ ਵਰਗਾ ਹੀ ਹੋ ਗਿਆ। ਅਨਲ ਅਗਮ ਜੈਸੇ ਲਹਿਰ ਮੈਂ ਓਦਤ, ਜਲ ਕੇਵਲ ਜਲ ਮਾਹੀ। ਜਿਸ ਤਰ੍ਹਾਂ ਅਨਲ ਪੌਣ ਅਗਮ ਗਮਤਾ ਤੋਂ ਰਹਿਤ, ਭਾਵ ਕਿ ਚੱਲ ਰਹੇ ਹਵਾ ਦੇ ਅੰਦਰ। ਜਦੋਂ ਸਾਧ ਸੰਗਤ ਜੀ ਪਾਣੀ ਦੇ ਵਿੱਚ ਲਹਿਰਾਂ ਬਣਦੀਆਂ ਨੇ ਨਾ, ਹਵਾ ਚੱਲਦੀ ਹੈ ਤੇ ਉਹ ਲਹਿਰਾਂ ਬਣ ਜਾਂਦੀਆਂ ਨੇ। ਕੁਝ ਸਮੇਂ ਦੇ ਲਈ ਦੇਖਣ ਨੂੰ ਸਾਨੂੰ ਵੱਖਰੀਆਂ ਲੱਗ ਸਕਦੀਆਂ ਨੇ ਕਿ ਇਹ ਪਾਣੀ ਤੋਂ ਵੱਖਰੀਆਂ ਨੇ। ਕਈ ਵੇਲੇ ਛੱਲ ਆਪਾਂ ਦੇਖਦੇ ਹਾਂ ਬਾਹਰ ਵੀ ਆ ਜਾਂਦੀ ਹੈ ਪਾਣੀ ਤੋਂ, ਤੇ ਆਪਾਂ ਸਮਝਦੇ ਹਾਂ ਕਿ ਸ਼ਾਇਦ ਇਹ ਵੱਖਰੀ ਹੋ ਗਈ ਹੈ ਸਾਧ ਸੰਗਤ ਜੀ। ਪਰ ਸਾਡੇ ਮਨ ਦਾ ਭਗਤ ਜੀ ਕਹਿੰਦੇ ਨੇ ਭੁਲੇਖਾ ਏ। ਅਨਲ ਅਗਮ ਜੈਸੇ ਲਹਿਰ ਮੈਂ ਓਦਦ, ਜਦੋਂ ਹਵਾ ਚੱਲਦੀ ਹੈ ਸਾਧ ਸੰਗਤ ਜੀ ਤੇ ਲਹਿਰਾਂ ਉੱਠਦੀਆਂ ਨੇ ਤੇ ਉਹ ਕੁਝ ਸਮੇਂ ਦੇ ਲਈ ਵੱਖਰੀਆਂ ਹੋ ਜਾਂਦੀਆਂ ਨੇ। ਜਲ ਕੇਵਲ ਜਲ ਮਾਈ, ਪਰ ਭਗਤ ਜੀ ਕਹਿੰਦੇ ਨੇ ਜਲ ਤਾਂ ਜਲ ਹੀ ਹੈ, ਪਾਣੀ ਤੇ ਪਾਣੀ ਹੈ, ਉਹਨੇ ਕੁਝ ਸਮੇਂ ਬਾਅਦ ਫਿਰ ਮਿਕਸ ਹੋ ਜਾਣਾ ਸਾਧ ਸੰਗਤ ਜੀ।
ਉਹਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ। ਇਸੇ ਤਰ੍ਹਾਂ ਹੀ ਜਦੋਂ ਪਰਮਾਤਮਾ ਜੀ ਦੇ ਨਾਮ ਨੂੰ ਜਪੀਦਾ ਹੈ ਤੇ ਜੀਵ ਤੇ ਪਰਮਾਤਮਾ ਦੇ ਵਿੱਚ ਕੋਈ ਵੀ ਭੇਦ ਨਹੀਂ ਰਹਿ ਜਾਂਦਾ। ਤੇ ਤੁਸੀਂ ਕਹਿੰਦੇ ਹੋ ਕਿ ਭਿੱਟ ਦੇਵੋਗੇ, ਤੁਹਾਡੇ ਵਿੱਚ ਤੇ ਮੇਰੇ ਵਿੱਚ ਕੋਈ ਵੀ ਭੇਦ ਨਹੀਂ ਹੈ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਹੇ ਮਾਧਵੇ ਪਰਮਾਤਮਾ ਮਾਇਆ ਦੇ ਪਤੀ ਪਰਮੇਸ਼ਵਰ, ਹੁਣ ਕੀ ਕਹਿ ਕੇ ਦਸੀਏ ਕਿ ਭਰਮ ਦਾ ਰੂਪ ਕਿਹੜਾ ਹੈ, ਭਰਮ ਕਿਹੋ ਜਿਹਾ ਹੈ। ਜਿੱਦਾਂ ਦਾ ਅਸੀਂ ਮੰਨਦੇ ਹਾਂ ਭਰਮ ਉੱਦਾਂ ਦਾ ਨਹੀਂ ਹੁੰਦਾ। ਜਿੱਦਾਂ ਦਾ ਅਸੀਂ ਸੰਸਾਰ ਨੂੰ ਮੰਨੀ ਬੈਠੇ, ਅਸੀਂ ਸੰਸਾਰ ਨੂੰ ਸੱਚ ਕਰਕੇ ਮੰਨ ਲੈਂਦੇ ਹਾਂ, ਪਰ ਭਗਤ ਜੀ ਕਹਿੰਦੇ ਨੇ ਪਰਮਾਤਮਾ ਦੇ ਬਣਾਏ ਹੋਏ ਸੰਸਾਰ ਦੇ ਵਿੱਚ ਜੇ ਆਪਾਂ ਸੰਸਾਰ ਨੂੰ ਸੱਚ ਮੰਨ ਲਈਏ ਤੇ ਭਗਤ ਜੀ ਕਹਿੰਦੇ ਨੇ ਇਸ ਸੰਸਾਰ ਤੇ ਝੂਠਾ ਹੈ, ਨਾਸਵਾਨ ਹੈ। ਜਿੱਦਾਂ ਦਾ ਅਸੀਂ ਮੰਨਦੇ ਹਾਂ ਉੱਦਾਂ ਦਾ ਨਹੀਂ ਹੈ, ਤੇ ਜਿੱਦਾਂ ਦਾ ਅਸੀਂ ਤੈਨੂੰ ਮੰਨਦੇ ਹਾਂ ਤੂੰ ਉੱਦਾਂ ਦਾ ਵੀ ਨਹੀਂ ਹੈ। ਸਾਡੀ ਸੋਚ ਦੇ ਵਿੱਚ ਤੇ ਤੁਹਾਡੇ ਵਿੱਚ ਬੜਾ ਫਰਕ ਹੈ। ਅਸੀਂ ਤੁਹਾਨੂੰ ਇੱਕ ਜਗ੍ਹਾ ਤੇ ਮੰਨਦੇ ਹਾਂ ਕਿ ਸ਼ਾਇਦ ਪਰਮਾਤਮਾ ਇੱਕ ਜਗ੍ਹਾ ਤੇ ਹੀ ਰਹਿੰਦਾ ਹੈ, ਪਰ ਤੂੰ ਤਾਂ ਪਰਮਾਤਮਾ ਹਰ ਥਾਂ ਤੇ ਮੌਜੂਦ ਹੈ, ਸਰਬ ਵਿਆਪਕ ਹੈ, ਹਰ ਜਗ੍ਹਾ ਤੇ ਰਮਿਆ ਹੋਇਆ ਹੈ। ਭਗਤ ਜੀ ਕਹਿੰਦੇ ਨੇ ਇਹ ਮਨ ਦਾ ਭਰਮ ਭੁਲੇਖਾ ਹੀ ਹੈ ਬਸ। ਜਿੱਦਾਂ ਦਾ ਅਸੀਂ ਮੰਨਦੇ ਹਾਂ ਉੱਦਾਂ ਦਾ ਨਹੀਂ ਹੈ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਜਿਵੇਂ ਇੱਕ ਦੁਨਿਆਵੀ ਪੁਰਸ਼ ਨਰਪਤ, ਨਰਪਤ ਦਾ ਭਾਵ ਹੈ ਰਾਜਾ। ਜਿਵੇਂ ਇੱਕ ਦੁਨਿਆਵੀ ਰਾਜਾ ਸੁੱਤਾ ਪਿਆ ਸਾਸਨ ਜੀ ਆਪਣੇ ਸਿੰਘਾਸਨ ਦੇ ਉੱਤੇ, ਸੁਪਨੇ ਭਇਆ ਭਿਖਾਰੀ। ਸੁਪਨੇ ਦੇ ਵਿੱਚ ਉਹ ਭਿਖਾਰੀ ਬਣ ਗਿਆ, ਠੂਠਾ ਫੜ ਕੇ ਮੰਗਦਾ ਫਿਰਦਾ ਹੈ ਸਾਸਨ ਜੀ, ਘਰ ਘਰ ਜਾ ਕੇ ਮੰਗਦਾ ਏ। ਪਰ ਜਦੋਂ ਸਾਸਨ ਜੀ ਉਹਦੀ ਅੱਖ ਖੁੱਲ੍ਹਦੀ ਹੈ ਤੇ ਕੀ ਦੇਖਦਾ ਹੈ ਕਿ ਮੈਂ ਤਾਂ ਆਪਣੇ ਸਿੰਘਾਸਨ ਦੇ ਉੱਤੇ ਬੈਠਾ ਹੋਇਆ, ਮੈਂ ਆਪਣੇ ਸਿੰਘਾਸਨ ਦੇ ਉੱਤੇ ਆਰਾਮ ਕਰ ਰਿਹਾ। ਇਹ ਤਾਂ ਸੁਪਨਾ ਸੀ, ਸੁਪਨਾ ਝੂਠਾ ਸੀ। ਹੁਣ ਸਾਸਨ ਜੀ ਸੁਪਨੇ ਵਿੱਚ ਜੋ ਦੇਖਿਆ ਉਸ ਰਾਜੇ ਨੇ ਉਹ ਸੱਚ ਥੋੜ੍ਹਾ ਸੀ, ਉਹ ਤਾਂ ਸੁਪਨਾ ਸੀ ਤੇ ਝੂਠਾ ਸੀ। ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਸੋ ਗਤ ਭਈ ਹਮਾਰੀ। ਜਿਵੇਂ ਉਸ ਬਾਦਸ਼ਾਹ ਨੇ ਰਾਜ ਨੂੰ ਜਾਂਦਿਆਂ ਹੋਇਆਂ ਦੇਖਿਆ, ਭਾਵ ਕਿ ਸਾਰੇ ਹੀ ਰਾਜ ਭਾਗ ਖਤਮ ਹੋ ਗਿਆ ਕਿਉਂਕਿ ਸੁਪਨੇ 'ਚ ਭਿਖਾਰੀ ਬਣ ਗਿਆ, ਤੇ ਦੁੱਖ ਪਾਇਆ ਸਾਸਨ ਜੀ ਸੁਪਨੇ ਦੇ ਵਿੱਚ। ਸੋ ਗਤ ਭਈ ਹਮਾਰੀ। ਭਗਤ ਜੀ ਕਹਿੰਦੇ ਨੇ ਉਹੀ ਅਵਸਥਾ ਸਾਡੀ ਹੈ। ਅਸੀਂ ਵੀ ਸੰਸਾਰ ਨੂੰ ਸੱਚ ਕਰਕੇ ਮੰਨ ਲੈਂਦੇ ਹਾਂ, ਤੇ ਜਦੋਂ ਸਾਸਨ ਜੀ ਸਾਨੂੰ ਗਿਆਨ ਆਉਂਦਾ ਏ ਤੇ ਸਾਨੂੰ ਪਤਾ ਲੱਗਦਾ ਹੈ ਕਿ ਇਹ ਤਾਂ ਝੂਠਾ ਸੀ, ਇਹ ਤਾਂ ਇੱਕ ਸੁਪਨੇ ਦੀ ਤਰ੍ਹਾਂ ਸੀ, ਇਹਦੇ ਵਿੱਚ ਤਾਂ ਕੋਈ ਹਕੀਕਤ ਨਹੀਂ ਹੈ, ਇਹਦੇ ਵਿੱਚ ਤਾਂ ਕੋਈ ਵੀ ਸੱਚਾਈ ਨਹੀਂ ਹੈ, ਇਹ ਤਾਂ ਝੂਠ ਹੈ ਸਾਸਨ ਜੀ। ਇਸ ਕਰਕੇ ਭਗਤ ਜੀ ਕਹਿੰਦੇ ਨੇ ਪਰਮਾਤਮਾ ਇਹ ਬਸ ਸਾਡੇ ਮਨ ਦਾ ਵਹਿਮ ਭਰਮ ਭੁਲੇਖਾ ਹੀ ਹੈ। ਜਿੱਦਾਂ ਦਾ ਅਸੀਂ ਸਮਝਦੇ ਹਾਂ ਉੱਦਾਂ ਦਾ ਨਹੀਂ ਹੈ। ਰਾਜ ਭਯੰਗ ਪ੍ਰਸੰਗ ਜੈਸੇ ਹੈ, ਅਬ ਕਸ਼ ਮਰਮ ਜਨਾਇਆ। ਜਿਸ ਤਰ੍ਹਾਂ ਦੂਸਰਾ ਉਦਾਹਰਣ ਦੇ ਕੇ ਭਗਤ ਰਵਿਦਾਸ ਜੀ ਸਮਝਾਉਂਦੇ ਨੇ, ਜਿਵੇਂ ਰਾਜ ਕਹਿੰਦੇ ਨੇ ਰੱਸੀ ਨੂੰ, ਭਯੰਗ ਸਰਪ, ਜਿਵੇਂ ਸੱਪ ਤੇ ਰੱਸੀ ਦੇ ਵਿੱਚ ਭੁਲੇਖਾ ਪੈਂਦਾ ਸਾਸਨ ਜੀ। ਇੱਕ ਇਨਸਾਨ ਹਨੇਰੇ ਵਿੱਚ ਤੁਰਿਆ ਜਾ ਰਿਹਾ ਸੀ ਰਸਤੇ ਦੇ ਵਿੱਚ, ਤੇ ਰਸਤੇ ਦੇ ਵਿੱਚ ਰੱਸੀ ਪਈ ਹੋਈ ਸੀ ਸਾਸਨ ਜੀ, ਤੇ ਉਦੋਂ ਭੁਲੇਖਾ ਲੱਗਾ ਕਿ ਇਹ ਤਾਂ ਸੱਪ ਪਿਆ ਹੋਇਆ, ਤੇ ਮਨ ਦੇ ਵਿੱਚ ਸੋਚਦਾ ਏ ਕਿ ਪਹਿਲਾਂ ਇਹ ਲੰਘ ਜਾਵੇ ਫਿਰ ਮੈਂ ਲੰਘ ਜਾਵਾਂਗਾ। ਸਾਸਨ ਜੀ ਉੱਥੇ ਖੜਾ ਰਿਹਾ, ਸਾਰੀ ਰਾਤ ਹੀ ਬਤੀਤ ਹੋ ਗਈ। ਜਦੋਂ ਚਾਨਣ ਹੋਇਆ ਤੇ ਕੀ ਦੇਖਦਾ ਏ, ਇਹ ਤਾਂ ਸੱਪ ਨਹੀਂ, ਇਹ ਤਾਂ ਰੱਸੀ ਸੀ, ਪਰ ਮੈਨੂੰ ਸੱਪ ਦੀ ਤਰ੍ਹਾਂ ਨਜ਼ਰ ਆ ਰਹੀ ਸੀ।
ਤੇ ਫਿਰ ਸੋਚਦਾ ਹੈ ਕਿ ਮੈਂ ਤਾਂ ਐਵੇਂ ਸਾਰੀ ਰਾਤ ਹੀ ਬਤੀਤ ਕਰ ਦਿੱਤੀ। ਇਸ ਤਰ੍ਹਾਂ ਪਰਮਾਤਮਾ ਜਿਵੇਂ ਸੱਪ ਤੇ ਰੱਸੀ ਦੇ ਵਿੱਚ ਸਾਨੂੰ ਭੇਦ ਨਹੀਂ ਨਜ਼ਰ ਆਉਂਦਾ, ਪਰ ਹੈ ਸਾਡੇ ਮਨ ਦਾ ਭੁਲੇਖਾ ਹੀ ਹੈ। ਰੱਸੀ ਹੈ ਪਰ ਸਾਡੇ ਮਨ ਨੂੰ ਭੁਲੇਖਾ ਪੈ ਜਾਂਦਾ ਹੈ ਕਿ ਇਹ ਸੱਪ ਹੈ। ਅਬ ਕਛ ਮਰਮ ਜਨਾਇਆ। ਤੇ ਭਗਤ ਜੀ ਕਹਿੰਦੇ ਨੇ ਜਦੋਂ ਗਿਆਨ ਹੁੰਦਾ ਹੈ ਨਾ, ਜਦੋਂ ਸਵੇਰ ਹੁੰਦੀ ਹੈ, ਚਾਨਣ ਹੁੰਦਾ ਹੈ, ਉਦੋਂ ਫਿਰ ਪਤਾ ਲੱਗਦਾ ਹੈ ਕਿ ਇਹ ਤਾਂ ਸਾਡੇ ਮਨ ਦਾ ਵਹਿਮ ਸੀ, ਇਹ ਤਾਂ ਸਾਡੇ ਮਨ ਦਾ ਭੁਲੇਖਾ ਸੀ। ਜਿੱਦਾਂ ਦਾ ਮੈਂ ਸਮਝਿਆ ਉੱਦਾਂ ਦਾ ਨਹੀਂ ਸੀ। ਮੈਂ ਤਾਂ ਸੱਪ ਸਮਝਿਆ ਸੀ ਪਰ ਇਹ ਤਾਂ ਰੱਸੀ ਸੀ। ਇਸੇ ਤਰ੍ਹਾਂ ਪ੍ਰਮਾਤਮਾ ਜੀ ਇਹ ਸਾਡੇ ਮਨ ਦਾ ਭੁਲੇਖਾ ਹੀ ਹੈ। ਅਨਕ ਕਟਕ ਜੈਸੇ ਭੂਲ ਪਰੇ ਅਬ ਕਹਤੇ ਕਹਿਨ ਨਾ ਆਇਆ। ਹੁਣ ਤੀਸਰਾ ਪ੍ਰਮਾਣ ਭਗਤ ਰਵਿਦਾਸ ਜੀ ਸਮਝਾਉਂਦੇ ਨੇ ਕਿ ਜਿਵੇਂ ਪ੍ਰਮਾਤਮਾ ਜੀ ਸੋਨੇ ਤੇ ਸੋਨੇ ਦੇ ਗਹਿਣਿਆਂ ਦੇ ਵਿੱਚ ਭੁਲੇਖਾ ਪੈ ਜਾਂਦਾ ਹੈ। ਜਿੰਨਾ ਚਿਰ ਤੇ ਸੋਨਾ ਸੋਨੇ ਦੇ ਰੂਪ ਦੇ ਵਿੱਚ ਹੈ ਤੇ ਆਪਾਂ ਸਮਝਦੇ ਹਾਂ ਕਿ ਇਹ ਸੋਨਾ ਹੈ ਸੁੱਧ। ਜਦੋਂ ਆਪਾਂ ਉਹਦੇ ਗਹਿਣੇ ਬਣਾ ਦਿੰਦੇ ਹਾਂ, ਛਾਪ ਛੱਲੇ ਹਾਰ ਆਦਿਕ, ਤੇ ਫਿਰ ਆਪਾਂ ਉਹਦਾ ਜਿਹੜਾ ਹੈ ਨਾ ਵੱਖਰਾ ਨਾਮ ਰੱਖ ਦਿੰਦੇ ਹਾਂ। ਸਾਸ ਨੇ ਹਾਰ ਬਣਿਆ ਤੇ ਆਪਾਂ ਕਹਿੰਦੇ ਹਾਰ, ਮੁੰਦਰੀ ਬਣਾ ਲਈ ਤੇ ਆਪਾਂ ਕਹਿੰਦੇ ਜੀ ਮੁੰਦਰੀ ਹੈ, ਜੇ ਕੜਾ ਬਣਾ ਲਿਆ ਤੇ ਆਪਾਂ ਕਹਿੰਦੇ ਹਾਂ ਕੜਾ ਹੈ। ਪਰ ਸਾਧ ਸੰਗਤ ਜੀ ਹੈ ਸੋਨਾ ਹੀ, ਪਰ ਅਸੀਂ ਉਹਦਾ ਵੱਖਰਾ ਨਾਮ ਰੱਖ ਦਿੱਤਾ, ਭਾਵ ਕਿ ਸੋਨੇ ਨਾਲੋਂ ਵੱਖਰਾ ਬਣਾ ਦਿੱਤਾ, ਉਹਦੀ ਵੱਖਰੀ ਪਹਿਚਾਣ ਬਣਾ ਦਿੱਤੀ, ਨਾਮ ਵੱਖਰਾ ਰੱਖ ਦਿੱਤਾ। ਪਰ ਅਸਲ ਦੇ ਵਿੱਚ ਹੈ ਤਾਂ ਭਗਤ ਜੀ ਕਹਿੰਦੇ ਨੇ ਉਹ ਹੈ ਤਾਂ ਸੋਨਾ ਹੀ ਹੈ ਨਾ, ਭਾਵੇਂ ਉਹਦੀ ਪਹਿਚਾਣ ਆਪਾਂ ਹੀ ਵੱਖਰੀ ਬਣਾਈ ਹੈ। ਇਹ ਸਾਡੇ ਮਨ ਦਾ ਭੇਦ ਹੈ, ਇਹਦਾ ਨਾਮ ਵੱਖਰਾ ਰੱਖ ਦਿੱਤਾ, ਪਰ ਹੈ ਅਸਲ ਦੇ ਵਿੱਚ ਸੋਨਾ ਹੀ ਹੈ। ਅਬ ਕਹਤੇ ਕਹਿਣ ਨਾ ਆਇਆ। ਹੁਣ ਸਾਧ ਸੰਗਤ ਜੀ ਜਦੋਂ ਉਸੇ ਸੋਨੇ ਨੂੰ ਆਪਾਂ ਸੁਨਿਆਰੇ ਕੋਲ ਲੈ ਕੇ ਜਾਂਦੇ ਹਾਂ ਤੇ ਉਹ ਕਠਾਲੀ ਦੇ ਵਿੱਚ ਪਾ ਕੇ ਸਾਧ ਸੰਗਤ ਜੀ ਉਹਨੂੰ ਤਾ ਦਿੰਦਾ ਹੈ, ਗਰਮ ਕਰਦਾ ਹੈ, ਤੇ ਜਿਹੜਾ ਸੋਨਾ ਹੈ ਉਹ ਪਿਘਲ ਜਾਂਦਾ ਹੈ, ਇੱਕ ਫਿਰ ਡਲੀ ਦੇ ਰੂਪ ਦੇ ਵਿੱਚ ਬਣ ਜਾਂਦਾ ਹੈ, ਸੁੱਧ ਹੋ ਜਾਂਦਾ ਹੈ। ਤੇ ਜਦੋਂ ਸੁੱਧ ਹੋ ਗਿਆ, ਡਲੀ ਬਣ ਗਈ, ਤੇ ਫਿਰ ਆਪਾਂ ਕੀ ਕਹਿੰਦੇ ਹਾਂ, ਹੁਣ ਇਹ ਪਿਓਰ ਸੋਨਾ ਹੈ। ਸਾਧ ਸੰਗਤ ਜੀ ਗਹਿਣੇ ਵੀ ਸੋਨੇ ਦੇ ਬਣੇ ਸਨ, ਬਾਅਦ ਦੇ ਵਿੱਚ ਵੀ ਸੋਨੇ ਹੀ ਸੀ ਸਾਧ ਸੰਗਤ ਜੀ, ਤੇ ਪਹਿਲਾਂ ਵੀ ਸੋਨੇ ਸੀ, ਪਰ ਸਾਡੇ ਮਨ ਦਾ ਹੀ ਵਹਿਮ ਸੀ, ਸਾਡੇ ਮਨ ਦਾ ਭੁਲੇਖਾ ਸੀ। ਭਗਤ ਜੀ ਕਹਿੰਦੇ ਨੇ ਇਸੇ ਤਰ੍ਹਾਂ ਹੀ ਤੇਰੇ ਤੇ ਸਾਡੇ ਵਿੱਚ ਇਹ ਬਸ ਭੁਲੇਖਾ ਹੀ ਬਣਿਆ ਹੋਇਆ। ਤੁਹਾਡੇ ਵਿੱਚ ਤੇ ਸੰਸਾਰ ਦੇ ਜੀਵਾਂ ਦੇ ਵਿੱਚ ਕੋਈ ਬਹੁਤਾ ਭੇਦ ਨਹੀਂ ਹੈ, ਪਰ ਜਦੋਂ ਉਸ ਭੇਦ ਨੂੰ ਸਮਝ ਲਿਆ ਤੇ ਫਿਰ ਪਰਮਾਤਮਾ ਤੇ ਦ્વੈਤ ਤੇ ਏਕ ਰੂਪ ਹੋਵੈ ਗਿਓ। ਫਿਰ ਦੋ ਤੋਂ ਇੱਕ ਰੂਪ ਹੋ ਜਾਂਦੇ ਨੇ। ਜਿਵੇਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਤਾਂ ਭਾਈ ਲਹਿਣਾ ਜੀ ਨੂੰ ਆਪਣੇ ਅੰਗਾਂ ਦੇ ਨਾਲ ਲਾ ਕੇ ਭਾਈ ਲਹਿਣਾ ਜੀ ਤੋਂ ਗੁਰੂ ਅੰਗਦ ਦੇਵ ਜੀ ਬਣਾ ਦਿੱਤਾ। ਸਾਧ ਸੰਗਤ ਜਿਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਗੁਰੂ ਬਣਾ ਦਿੱਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ, ਜਿਵੇਂ ਭਾਈ ਜੇਠਾ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸੇਵਾ ਕਰਕੇ ਭਾਈ ਜੇਠੇ ਤੋਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਬਣ ਗਏ। ਸਾਧ ਸੰਗਤ ਜੀ ਭੁਲੇਖਾ ਖਤਮ ਹੋ ਗਿਆ, ਦੋ ਤੋਂ ਇੱਕ ਰੂਪ ਹੋ ਗਏ। ਸਾਧ ਸੰਗਤ ਜੀ ਜਦੋਂ ਉਸ ਪਰਮਾਤਮਾ ਜੀ ਦੇ ਨਾਮ ਨੂੰ ਮਨ ਕਰਕੇ ਜਪਿਆ। ਸਾਧ ਸੰਗਤ ਅਬ ਕਹਤੇ ਕਹਿਣਾ। ਹੁਣ ਪਾਤਸ਼ਾਹ ਜੀ ਕਹਿੰਦੇ ਨੇ ਕੋਈ ਵੀ ਗੱਲ ਕਹਿਣ ਨੂੰ ਬਾਕੀ ਰਹਿ ਹੀ ਨਹੀਂ ਗਈ, ਕਿਉਂਕਿ ਹੁਣ ਤਾਂ ਕੇਵਲ ਸੋਨਾ ਹੀ ਰਹਿ ਗਿਆ। ਸਾਧ ਸੰਗਤ ਤੇ ਜਿੰਨਾ ਚਿਰ ਗਹਿਣਾ ਹੈ ਬਣਿਆ ਉਹਨਾਂ ਚਿਰ ਸਾਡੇ ਮਨ ਦੇ ਵਿੱਚ ਭੁਲੇਖਾ ਪੈਂਦਾ। ਕਈ ਵੇਲੇ ਆਪਾਂ ਇਹ ਵੀ ਸੋਚਦੇ ਹਾਂ ਇਹਦੇ ਵਿੱਚ ਮਿਲਾਵਟ ਨਾ ਕੀਤੀ ਹੋਵੇ, ਇਹ ਨਕਲੀ ਨਾ ਹੋਵੇ। ਸਾਧ ਸੰਗਤ ਜੀ ਪਰ ਜਦੋਂ ਉਹਨੂੰ ਢਾਲ ਕੇ ਡਲੀ ਬਣਾ ਦਿੰਦੇ ਹਾਂ, ਫਿਰ ਕਹਿਣ ਦੇ ਵਿੱਚ ਕੋਈ ਗੱਲ ਨਹੀਂ ਰਹਿ ਜਾਂਦੀ, ਫਿਰ ਸਾਨੂੰ ਪਤਾ ਹੈ ਕਿ ਸੁੱਧ ਸੋਨਾ ਹੈ। ਸਾਧ ਸੰਗਤ ਜੀ ਇਸੇ ਤਰ੍ਹਾਂ ਜੀਵ ਹੈ, ਜਿੰਨਾ ਚਿਰ ਹਉਮੈ ਹੰਕਾਰ ਦੇ ਵਿੱਚ ਲੱਗਾ ਹੈ ਪਰਮਾਤਮਾ ਜੀ ਤੋਂ ਦੂਰ ਹੈ। ਤੇ ਜਦੋਂ ਨਾਮ ਜਪਦਾ ਹੈ ਸਾਧ ਸੰਗਤ ਜੀ, ਨਾਮ ਜਪ ਕੇ ਜਪ ਤਪ ਦੀ ਕਠਾਲੀ ਦੇ ਵਿੱਚ ਸੇਕ ਲੱਗਦਾ ਹੈ ਸਾਧ ਸੰਗਤ ਜੀ ਉਸ ਜੀਵ ਨੂੰ, ਤੇ ਫਿਰ ਪਰਮਾਤਮਾ ਜੀ ਨੂੰ ਪ੍ਰਾਪਤ ਕਰ ਲੈਂਦਾ ਹੈ ਤੇ ਉਹ ਬ੍ਰਹਮ ਰੂਪੀ ਸੋਨਾ ਬਣ ਜਾਂਦਾ ਹੈ। ਸਾਧ ਸੰਗਤ ਫਿਰ ਪਰਮਾਤਮਾ ਜੀ ਦੇ ਵਿੱਚ ਤੇ ਇਨਸਾਨ ਦੇ ਵਿੱਚ ਕੋਈ ਭੇਦ ਨਹੀਂ ਰਹਿ ਜਾਂਦਾ, ਕੋਈ ਵੱਖਰਾ ਕਹਿਣ ਵਾਲੀ ਕੋਈ ਗੱਲ ਨਹੀਂ ਰਹਿ ਜਾਂਦੀ। ਸਰਬੇ ਏਕ ਅਨੇਕੈ ਸੁਆਮੀ ਸਭ ਘਟ ਭੋਗਵੈ ਸੋਈ। ਭਗਤ ਰਵਿਦਾਸ ਜੀ ਸਮਝਾਉਂਦੇ ਨੇ ਕਿ ਪ੍ਰਮਾਤਮਾ ਤੂੰ ਸਾਰਿਆਂ ਦੇ ਵਿੱਚ ਹੈ,
ਸਰਬੇ ਏਕ, ਸਾਰਿਆਂ ਦੇ ਵਿੱਚ ਅਨੇਕ ਹੈ ਸੁਆਮੀ, ਅਨੇਕਾਂ ਦੇ ਵਿੱਚ ਹੈ, ਤੂੰ ਇੱਕ ਹੈ ਪਰ ਤੂੰ ਹੈ ਅਨੇਕਾਂ ਦੇ ਵਿੱਚ। ਸਭ ਘਟ ਭੋਗ ਵੈ ਸੋਈ, ਸਾਰਿਆਂ ਦੇ ਹਿਰਦੇ ਵਿੱਚ ਤੂੰ ਬਿਰਾਜਮਾਨ ਹੈ। ਤੂੰ ਹਰੇਕ ਦੇ ਅੰਦਰ ਬੈਠ ਕੇ ਭੋਗ ਭੋਗ ਰਿਹਾ ਹੈ, ਭਾਵ ਕਿ ਤੂੰ ਸਾਰਿਆਂ ਦੇ ਅੰਦਰ ਮੌਜੂਦ ਹੈ। ਤੂੰ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ, ਪਰ ਸਾਰਿਆਂ ਨੂੰ ਦਿਖਾਈ ਨਹੀਂ ਦਿੰਦਾ। ਹੁਣ ਸਾਰਿਆਂ ਦੇ ਅੰਦਰ ਹੈ ਪਰਮਾਤਮਾ, ਪਰ ਸਾਧ ਸੰਗਤ ਜੀ ਦਿਖਾਈ ਥੋੜ੍ਹਾ ਦਿੰਦਾ ਹੈ। ਜਿਵੇਂ ਪਿਛਲੇ ਸ਼ਬਦਾਂ ਦੇ ਵਿੱਚ ਪਾਤਸ਼ਾਹ ਜੀ ਨੇ ਸਮਝਾਇਆ ਸੀ, ਸਗਲ ਬਨਸਪਤ ਮਹਿ ਬੇਸੰਤਰ ਸਗਲ ਦੂਧ ਮੈਂ ਕੀਆ। ਜਿਵੇਂ ਹਰੇਕ ਤਰ੍ਹਾਂ ਦੀ ਲੱਕੜ ਦੇ ਵਿੱਚ ਅੱਗ ਲੁਕੀ ਹੈ, ਪਰ ਸਾਧ ਸੰਗਤ ਜੀ ਸਾਨੂੰ ਅੱਗ ਦਿਖਦੀ ਥੋੜ੍ਹਾ ਹੈ। ਲੱਕੜ ਦੇ ਵਿੱਚੋਂ ਅੱਗ ਦੇਖਣ ਦੇ ਲਈ ਸਾਨੂੰ ਯਤਨ ਕਰਨਾ ਪੈਂਦਾ ਹੈ, ਉਸ ਲੱਕੜ ਨੂੰ ਬਾਲਣਾ ਪੈਂਦਾ ਹੈ, ਜਾਲਣਾ ਪੈਂਦਾ ਹੈ। ਜਦੋਂ ਲੱਕੜ ਜਲਦੀ ਹੈ ਤੇ ਸਾਧ ਸੰਗਤ ਜੀ ਜਿਹੜੀ ਅੱਗ ਹੈ ਉਹ ਦਿਖ ਪੈਂਦੀ ਹੈ। ਸਗਲ ਦੁੱਧ ਮੈਂ ਕੀਆ, ਹਰੇਕ ਦੁੱਧ ਦੇ ਵਿੱਚ ਘਿਓ ਲੁਕਿਆ ਹੋਇਆ ਸਾਧ ਸੰਗਤ ਜੀ, ਪਰ ਸਾਨੂੰ ਨਹੀਂ ਦਿਖਦਾ। ਦੁੱਧ ਦੇ ਵਿੱਚੋਂ ਘਿਓ ਦੇਖਣ ਦੇ ਲਈ ਸਾਨੂੰ ਯਤਨ ਕਰਨਾ ਪੈਂਦਾ ਸਾਧ ਸੰਗਤ ਜੀ, ਉਹਨੂੰ ਗਰਮ ਕਰਕੇ ਠੰਡਾ ਕਰਕੇ ਜਾਗ ਲਾਉਣਾ ਪੈਂਦਾ, ਫਿਰ ਉਹਨੂੰ ਰਿੜਕਦੇ ਹਾਂ। ਜਦੋਂ ਰਿੜਕਦੇ ਹਾਂ ਤੇ ਫਿਰ ਉਹਦੇ ਵਿੱਚੋਂ ਮੱਖਣ ਨਿਕਲਦਾ ਸਾਧ ਸੰਗਤ ਜੀ। ਜਦੋਂ ਉਸ ਮੱਖਣ ਨੂੰ ਗਰਮ ਕਰਦੇ ਹਾਂ ਤੇ ਫਿਰ ਉਹਦੇ ਵਿੱਚੋਂ ਸਾਨੂੰ ਜਿਹੜਾ ਘਿਓ ਹੈ ਉਹ ਪ੍ਰਾਪਤ ਹੋ ਜਾਂਦਾ। ਇਸੇ ਤਰ੍ਹਾਂ ਹੀ ਪਾਤਸ਼ਾਹ ਜੀ ਕਹਿੰਦੇ ਨੇ, ਸਾਰਿਆਂ ਦੇ ਵਿੱਚ ਪਰਮਾਤਮਾ ਤੂੰ ਰਮਿਆ ਹੋਇਆ ਹੈ ਪਰਮਾਤਮਾ, ਪਰ ਤੂੰ ਦਿਖਦਾ ਨਹੀਂ ਹੈ ਨਾ ਹਰੇਕ ਨੂੰ। ਪਰਮਾਤਮਾ ਜੀ ਤੈਨੂੰ ਦੇਖਣ ਦੇ ਲਈ ਵੀ ਯਤਨ ਕਰਨਾ ਪੈਣਾ, ਤੇਰੇ ਨਾਮ ਨੂੰ ਜਪਣਾ ਪੈਣਾ, ਤੇਰੀ ਬਾਣੀ ਪੜ੍ਹਨੀ ਪੈਣੀ ਹੈ, ਤੇਰੇ ਦੱਸੇ ਹੋਏ ਅਸੂਲਾਂ 'ਤੇ ਚੱਲਣਾ ਪੈਣਾ ਹੈ, ਤੇਰੇ ਉਪਦੇਸ਼ ਨੂੰ ਕਮਾਉਣਾ ਪੈਣਾ ਹੈ। ਜਦੋਂ ਤੇਰੇ ਦੱਸੇ ਹੋਏ ਉਪਦੇਸ਼ ਨੂੰ ਕਮਾਵਾਂਗੇ ਤੇ ਸਾਡੇ ਅੰਦਰੋਂ ਹੀ ਪਰਮਾਤਮਾ ਜੀ ਦਰਸ਼ਨ ਹੋ ਜਾਣਗੇ। ਸੋਝੀ ਆ ਜਾਵੇਗੀ ਕਿ ਸਭੈ ਘਟ ਰਾਮ ਬੋਲੇ, ਸਾਰਿਆਂ ਦੇ ਵਿੱਚ ਉਹ ਰਾਮ ਮੌਜੂਦ ਹੈ, ਸਾਰਿਆਂ ਦੇ ਵਿੱਚ ਪਰਮਾਤਮਾ ਵਸਿਆ ਹੋਇਆ ਹੈ। ਇੱਥੇ ਵੀ ਭਗਤ ਰਵਿਦਾਸ ਜੀ ਸਾਨੂੰ ਇਹੀ ਗੱਲ ਸਮਝਾਉਂਦੇ ਨੇ, ਸਰਬੇ ਏਕ ਅਨੇਕ ਹੈ ਸੁਆਮੀ, ਸਾਰਿਆਂ ਦੇ ਵਿੱਚ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਵਸਿਆ ਹੋਇਆ ਹੈ ਤੇ ਸਾਰਿਆਂ ਦੇ ਅੰਦਰ ਬੈਠ ਕੇ ਇਸ ਸੰਸਾਰ ਨੂੰ ਚਲਾ ਰਿਹਾ ਹੈ। ਕਹਿ ਰਵਿਦਾਸ ਹੱਥ ਪੈ ਨਿਰੈ ਸਹਿਜੇ ਹੋਏ ਸੋ ਹੋਈ। ਭਗਤ ਰਵਿਦਾਸ ਜੀ ਸਮਝਾਉਂਦੇ ਨੇ, ਪਰਮਾਤਮਾ ਜੀ ਤੁਸੀਂ ਤਾਂ ਹੱਥ ਤੋਂ ਵੀ ਨੇੜੇ ਹੋ। ਸਾਧ ਸੰਗਤ ਜੀ ਸਾਡਾ ਹੱਥ ਜਿਹੜਾ ਹੈ, ਜੇ ਆਪਾਂ ਹੱਥ ਨੂੰ ਕਿਤੇ ਲੈ ਜਾਣਾ ਹੋਵੇ ਨਾ, ਕਿਸੇ ਅੰਗ ਦੇ ਉੱਤੇ, ਸਾਧ ਸੰਗਤ ਜੀ ਉਹਨੂੰ ਵੀ ਜਾਣ ਦੇ ਵਿੱਚ ਦੇਰੀ ਲੱਗਦੀ ਹੈ ਸਾਧ ਸੰਗਤ ਜੀ, ਪਰ ਪਰਮਾਤਮਾ ਉਹਦੇ ਤੋਂ ਵੀ ਨੇੜੇ ਹੈ, ਹੱਥ ਤੋਂ ਵੀ ਨੇੜੇ ਹੈ ਸਾਧ ਸੰਗਤ। ਪਰ ਮਿਲਦਾ ਕਦੋਂ ਹੈ? ਸਹਿਜੇ ਹੋਏ ਸੋ ਹੋਈ, ਜਦੋਂ ਆਪਾਂ ਸਹਿਜ ਦੇ ਨਾਲ ਕਰਦੇ, ਜਦੋਂ ਆਪਾਂ ਜਿਹੜੀ ਕਾਲ ਹੈ ਸਾਧ ਸੰਗਤ ਜੀ ਉਹਨੂੰ ਛੱਡ ਦਿੰਦੇ ਹਾਂ, ਜਦੋਂ ਅਸੀਂ ਆਪਣੀਆਂ ਇੰਦਰੀਆਂ ਤੋਂ ਦੂਰ ਹੋ ਕੇ ਵੱਖਰੇ ਹੋ ਕੇ ਪਰਮਾਤਮਾ ਜੀ ਦੇ ਨਾਮ ਨੂੰ ਜਪਦੇ ਹਾਂ, ਤੇ ਉਦੋਂ ਫਿਰ ਪਾਤਸ਼ਾਹ ਜੀ ਕਹਿੰਦੇ ਨੇ, ਸੋਤੇ ਸਿੱਧ ਹੀ ਪਰਮਾਤਮਾ ਜੀ ਤੁਹਾਡੀ ਪ੍ਰਾਪਤੀ ਹੋ ਜਾਂਦੀ ਹੈ, ਤੁਹਾਨੂੰ ਜੀਵ ਮਿਲ ਜਾਂਦਾ ਹੈ, ਤੁਹਾਡੇ ਵਿੱਚ ਇੱਕ ਮਿਕ ਹੋ ਜਾਂਦਾ ਹੈ ਤੂੰ ਸਾਰਿਆਂ ਦੇ ਵਿੱਚ, ਪਰ ਜਦੋਂ ਨਾਮ ਜਪਦੇ ਆ ਤੇ ਤੇਰੀ ਪ੍ਰਾਪਤੀ ਹੋ ਜਾਂਦੀ ਹੈ। ਤੇ ਸਾਧ ਸੰਗਤ ਜੀ ਜਦੋਂ ਇਸ ਸ਼ਬਦ ਨੂੰ ਉਚਾਰਨ ਕਰਕੇ ਭਗਤ ਰਵਿਦਾਸ ਜੀ ਨੇ ਪਰਮਾਤਮਾ ਨੂੰ ਸੁਣਾਇਆ ਤੇ ਪਰਮਾਤਮਾ ਜੀ ਆਖਣ ਲੱਗੇ ਕਿ ਇਸੇ ਤੁਹਾਡੇ ਮੋਹ ਦੇ ਕਰਕੇ, ਇਸੇ ਤੁਹਾਡੇ ਪਿਆਰ ਦੇ ਕਰਕੇ ਮੈਂ ਤੁਹਾਨੂੰ ਦਰਸ਼ਨ ਦੇਣ ਦੇ ਲਈ ਇੱਥੇ ਪਹੁੰਚ ਗਿਆ। ਤੁਹਾਡੇ ਵਿੱਚ ਤੇ ਸਾਡੇ ਵਿੱਚ ਕੋਈ ਭੇਦ ਨਹੀਂ ਹੈ, ਤੁਸੀਂ ਮੇਰਾ ਹੀ ਰੂਪ ਹੋ, ਬਸ ਇਹੀ ਦੇਖਣ ਦੇ ਲਈ ਤੁਹਾਡੇ ਕੋਲ ਆਇਆ ਸੀ। ਸੋ ਸਾਧ ਸੰਗਤ ਜੀ ਜਿੰਨਾ ਚਿਰ ਆਪਾਂ ਹਉਮੈ ਹੰਕਾਰ ਨੂੰ ਨਹੀਂ ਛੱਡਦੇ, ਉਹਨਾਂ ਚਿਰ ਸਾਡੇ ਅੰਦਰ ਮੈਂ ਮੇਰੀ ਲੱਗੀ ਰਹਿੰਦੀ ਹੈ। ਜਦੋਂ ਮੈਂ ਮੇਰੀ ਮੁੱਕ ਜਾਵੇ ਤੇ ਫਿਰ ਸਾਧ ਸੰਗਤ ਜੀ ਕੇਵਲ ਤੇ ਕੇਵਲ ਤੂੰ ਹੀ ਤੂੰ ਰਹਿ ਜਾਂਦਾ ਕਿ ਪਰਮਾਤਮਾ ਤੂੰ ਹੀ ਹੈ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ। ਜਦੋਂ ਸਾਧ ਸੰਗਤ ਜੀ ਮੇਰੀ ਮੁੱਕ ਜਾਵੇ ਤੇ ਫਿਰ ਕੇਵਲ ਤੇ ਕੇਵਲ ਪਰਮਾਤਮਾ ਹੀ ਬਾਕੀ ਬਚਦੇ ਨੇ। ਸੋ ਉਸੇ ਪਰਮਾਤਮਾ ਨੂੰ ਪਾਉਣ ਦੇ ਲਈ ਆਪਾਂ ਰੋਜ਼ਾਨਾ ਹੀ ਗੁਰੂ ਘਰ ਆ ਕੇ ਬਾਣੀ ਸੁਣਦੇ ਹਾਂ। ਇਹ ਜੋ ਅੱਜ ਦੇ ਪਾਵਨ ਸ਼ਬਦ ਦੇ ਵਿਚਾਰ ਨੂੰ ਆਪਾਂ ਸਰਵਣ ਕੀਤਾ ਹੈ, ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਇਸੇ ਤਰ੍ਹਾਂ ਸਾਨੂੰ ਨਾਮ ਬਾਣੀ ਦੇ ਨਾਲ ਜੋੜੀ ਰੱਖਣ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਜੀ।
ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।